ਸਤਿ ਸ਼੍ਰੀ ਅਕਾਲ। ਲੋਕ ਰਾਣਾ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਪਰਮਿੰਦਰ ਜੀ ਵੈਲਕਮ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗੁਰਜਿੰਦਰ ਜੀ ਧੰਨਵਾਦ ਜੀ। ਪਰਮਿੰਦਰ ਜੀ, ਕਈ ਤਰ੍ਹਾਂ ਦਾ ਭ੍ਰਿਸ਼ਟਾਚਾਰ ਹੈ ਦੇਸ਼ ਦੇ ਵਿੱਚ। ਹਾਲਾਂਕਿ ਸਰਕਾਰਾਂ ਤਾਂ ਸਾਰੀਆਂ ਸਰਕਾਰਾਂ ਇਹ ਗੱਲ ਕਹਿੰਦੀਆਂ ਨੇ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਨੱਥ ਪਾਵਾਂਗੇ। ਸੈਂਟਰ ਤੋਂ ਲੈ ਕੇ ਸਟੇਟ ਸਰਕਾਰਾਂ ਤੱਕ ਸਾਰਿਆਂ ਦਾ ਆਹੀ ਪੈਮਾਨਾ ਹੁੰਦਾ ਕਿ ਅਸੀਂ ਭ੍ਰਿਸ਼ਟਾਚਾਰ ਨਹੀਂ ਹੋਣ ਦੇਵਾਂਗੇ ਜੇਕਰ ਸਾਨੂੰ ਇੱਕ ਵਾਰ ਸੱਤਾ ਦੇ ਵਿੱਚ ਆ ਕੇ ਰਾਜ ਕਰਨ ਦਾ ਮੌਕਾ ਮਿਲ ਗਿਆ। ਆਹੀ ਵਿਚਾਰਧਾਰਾ, ਇੱਕੋ ਵਿਚਾਰਧਾਰਾ ਆਮ ਆਦਮੀ ਪਾਰਟੀ ਦੀ ਹੈ ਕਿ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਖੜੇ ਹਾਂ ਤੇ ਭ੍ਰਿਸ਼ਟਾਚਾਰ ਦੇ ਖਿਲਾਫ ਅਸੀਂ ਲੜਾਂਗੇ। ਪਹਿਲਾਂ ਦਿੱਲੀ ਦੇ ਵਿੱਚ ਸਰਕਾਰ ਬਣੀ, ਹੁਣ ਸਰਕਾਰ ਬਣੀ ਪੰਜਾਬ ਦੇ ਵਿੱਚ। ਹੁਣ ਜਿਹੜੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦੇ ਰੂਪ ਨੇ ਆਹ ਬੜੇ ਅਲੱਗ-ਅਲੱਗ ਨੇ। ਹਾਲਾਂਕਿ ਇੱਕ ਤਾਂ ਰਿਪੋਰਟ ਅਨੁਸਾਰ ਕਿ ਪਿਛਲੀ ਸਰਕਾਰ ਵੱਲੋਂ ਹਦਾਇਤ ਸੀ ਕਿ ਚਲੋ ਕੋਈ ਇੱਕ ਅਫਸਰ 15,000 ਰੁਪਏ ਆਪਣਾ ਕੋਈ 15,000 ਰੁਪਏ 'ਚ ਸਹਾਇਕ ਆਪਣਾ ਰੱਖ ਸਕਦਾ। ਕਹਿੰਦੇ ਹੁਣ ਉਹ ਮਤਲਬ 15,000 ਰੁਪਏ ਤਾਂ ਜਾਂਦਾ ਇੱਕ ਬੰਦੇ ਨੂੰ, ਪਰ ਸਹਾਇਕ ਅਕਾਊਂਟ ਰੱਖੇ ਹੋਏ ਨੇ, ਇਹ ਗੱਲ ਬਾਹਰ ਨਹੀਂ ਆਈ। ਅਤੇ ਇਸ ਤੋਂ ਹੋਰ ਮਿਲਾ ਕੇ ਕੁੱਲ ਵੀ ਸਰਕਾਰ ਚਾਹੁੰਦੀ ਹੈ ਕਿ ਭ੍ਰਿਸ਼ਟਾਚਾਰ ਨੂੰ ਨੱਥ ਪਵੇ। ਛੋਟੀਆਂ ਗੱਲਾਂ ਨੇ ਭਾਵੇਂ ਘੁਟਾਲੇ ਦੀਆਂ, ਵੱਡੀਆਂ ਗੱਲਾਂ ਨੇ। ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਇਸੇ ਗੱਲ ਨੂੰ ਲੈ ਕੇ ਐਕਟਿਵ ਹੈ। ਸਰਕਾਰਾਂ ਜਦੋਂ ਸੁਹਿਰਦ ਹੋਣ ਫਿਰ ਤਾਂ ਮੰਨ ਸਕਦੇ ਕਿ ਭ੍ਰਿਸ਼ਟਾਚਾਰ ਖਤਮ ਹੋ ਸਕਦਾ ਜੀ। ਜੇ ਇਕੱਲਾ ਕਹਿਣੀ ਹੈ, ਕਰਨੀ ਹੈ ਹੀ ਨਹੀਂ, ਜਾਂ ਕਥਨੀ ਤੇ ਆਧਾਰਿਤ ਰਹਿ ਜੋ। ਆਪਾਂ ਕਹਿੰਦੇ ਹੁੰਦੇ ਨਾ ਸਿਆਣੇ ਬਜ਼ੁਰਗ ਵੀ ਕਥਨੀ ਕੁਛ ਹੈ, ਕਰਨੀ ਕੁਛ ਹੈ। ਅਤੇ ਫਿਰ ਉਦੋਂ ਇਹ ਜੜ ਤੋਂ ਖਤਮ ਕਰਨਾ ਜਾਂ ਘਟਾਉਣਾ ਭ੍ਰਿਸ਼ਟਾਚਾਰ ਦੀਆਂ ਗੱਲਾਂ ਵੀ ਖਤਮ ਕਰ ਦਾਂਗੇ ਜੀ, ਜਾਂ ਨਿੱਕੇ ਮੋਟੇ ਬੰਦੇ ਫੜ ਕੇ ਕੁਛ ਜਿਹੜੇ ਮੁਲਾਜ਼ਮ ਥੱਲੜੇ ਤਬਕੇ ਦੇ ਕਹਿ ਲਓ, ਕਲਾਸ 3, ਕਲਾਸ 2, 4 ਜਾਂ ਇੱਦਾਂ ਕਰ ਲਓ ਕੋਈ ਵੀ ਹੈ, ਉਹਨਾਂ 'ਤੇ ਕਾਰਵਾਈਆਂ ਕਰੀ ਜਾਣੀਆਂ ਅਤੇ ਉਹ ਦਿਖਾ ਦੇਣਾ ਲੋਕਾਂ ਨੂੰ ਕਿ ਆਹ ਬੰਦਾ ਫੜ ਲਿਆ, ਬੰਦਾ ਅੰਦਰ ਕਰਤਾ। ਇੱਦਾਂ ਉਹ ਚੀਜ਼ਾਂ, ਉਹਨਾਂ ਚੀਜ਼ਾਂ ਨਾਲ ਭ੍ਰਿਸ਼ਟਾਚਾਰ ਘਟਦਾ ਨਹੀਂ ਹੈਗਾ, ਵੱਧਦਾ। ਇੱਕ ਤਾਂ ਜਦੋਂ ਹੁਣ ਮੈਨੂੰ ਐਂ ਦੱਸੋ ਕਿੰਨੇ ਚਾਹੇ ਮੁਲਾਜ਼ਮ ਫੜੇ ਗਏ ਛੋਟੇ, ਉਹਨਾਂ ਨੂੰ ਕਿੰਨੇ ਲੋਕਾਂ ਨੂੰ ਸਜ਼ਾਵਾਂ ਹੋਈਆਂ ਨੇ, ਕਿੰਨੇ ਲੋਕ ਨੌਕਰੀ ਤੋਂ ਹੱਥ ਤੋਂ ਬੈਠੇ ਨੇ ਜੀ। ਜਿਹੜਾ ਹੁਣ ਸਭ ਤੋਂ ਵੱਧ ਪੁਲਿਸ ਵਾਲੇ ਫੜੇ ਗਏ, ਠੀਕ ਹੈ, ਬਿਜਲੀ ਬੋਰਡ 'ਚ ਫੜੇ ਗਏ, ਪਟਵਾਰੀ ਕਾਨੂੰਗੋ ਫੜੇ ਗਏ, ਹੈ ਨਾ। ਅਤੇ ਹੋਰ ਜਿਹੜੇ ਮਹਿਕਮਿਆਂ 'ਚ ਦੇਖਿਓ ਤੁਸੀਂ ਕਿੰਨੇ ਹੀ ਫੜੇ ਜਾਂਦੇ ਨੇ, ਛੋਟੇ ਮੁਲਾਜ਼ਮ ਨੇ ਜਿਹੜੇ ਉਹ ਫੜੇ ਜਾਂਦੇ ਨੇ, ਪਰ ਸਸਪੈਂਡ ਹੁੰਦੇ ਨੇ। ਸਸਪੈਂਡ ਹੋਣ ਤੋਂ ਬਾਅਦ ਥੋੜ੍ਹੇ ਦੇਰ ਬਾਅਦ ਸਾਲ, 1.5 ਸਾਲ, 2 ਸਾਲ ਲਾ ਲਓ, ਉਦੋਂ ਬਾਅਦ ਫਿਰ ਬਹਾਲ ਹੋ ਕੇ ਆ ਜਾਂਦੇ ਨੇ। ਪੁਲਿਸ ਵਾਲੇ ਕੀ ਕਾਰਵਾਈ ਕਰਦੇ ਨੇ ਆਪਣੇ ਮਹਿਕਮੇ 'ਤੇ, ਉਹ ਲਾਈਨ ਹਾਜ਼ਰ ਕਰਤਾ ਜੀ, ਸਸਪੈਂਡ ਕਰਤਾ ਜੀ, ਆ ਗਿਆ ਫਿਰ ਜੁਆਇਨ ਕਰ ਲਓ। ਭ੍ਰਿਸ਼ਟਾਚਾਰ ਸਰਕਾਰੀ ਹੁੰਦਾ, ਸਰਕਾਰ ਹੀ ਕਰਵਾਉਂਦੀ ਹੈ। ਜੇ ਸਰਕਾਰ ਹੁਣ ਜਿਹੜਾ ਮੰਤਰੀਆਂ ਨੂੰ ਪੈਸਾ ਜਾਂਦਾ ਹੈ, ਜਦੋਂ ਫੰਡ ਆਉਂਦੇ ਨੇ, ਵੱਡੇ ਫੰਡ ਆਉਂਦੇ ਨੇ, ਵੱਡੇ ਠੇਕੇ ਚੱਲਦੇ ਨੇ, ਲੈਂਦੇ ਨੇ, ਜਿਹੜੇ ਆਹ ਪੁਲ ਬਣਾਉਣੇ ਨੇ, ਅਰਬਾਂ ਖਰਬਾਂ ਰੁਪਏ ਦੇ ਜਿਹੜੇ ਫੰਡ ਆਉਂਦੇ ਨੇ ਨਾ, ਉਹਨਾਂ ਦੇ ਵਿੱਚੋਂ ਜਦੋਂ ਸਰਕਾਰੀ ਅਫਸਰਾਂ ਦੀ ਸ਼ਮੂਲੀਅਤ ਕਰਕੇ ਬੰਦਾ ਮੰਤਰੀ ਜਿਹੜਾ ਹੁੰਦਾ, MLA ਹੁੰਦਾ, ਜਦੋਂ ਉਹ ਆਪ ਖਾਂਦਾ, ਉੱਥੋਂ ਨੀਂਹ ਬੱਝੀ ਜਾਂਦੀ ਹੈ। ਉੱਥੋਂ ਨੀਂਹ ਬਣਦੀ ਹੁਣ ਮੰਨ ਲਓ 100 ਰੁਪਏ ਦਾ ਕੋਈ ਪ੍ਰੋਜੈਕਟ ਹੈਗਾ, 100 ਰੁਪਏ ਦੇ ਵਿੱਚੋਂ ਉਹ ਕਹਿੰਦਾ ਮੈਨੂੰ ਤਾਂ ਇੰਨੇ ਪੈਸੇ ਚਾਹੀਦੇ ਨੇ, ਮੰਤਰੀ ਦੱਸਦਾ ਮੈਨੂੰ ਤਾਂ 5 ਰੁਪਏ ਚਾਹੀਦੇ ਨੇ। ਹੁਣ 5 ਤੋਂ ਅੱਗੇ 4, 4 ਤੋਂ 3, 3 ਤੋਂ 2 ਲੱਗਣਾ ਕਿੰਨਾ? ਉਹੀ 2 ਜਾਂ 3 ਰੁਪਏ ਬਾਕੀ ਬਚਦੇ ਨੇ। ਐਂ ਕਹਿ ਲਓ ਉਹਨੇ ਨਾਲੇ ਕੰਮ ਸਾਰਨਾ ਹੁੰਦਾ, ਉਹਦੇ ਵਿੱਚੋਂ ਵੀ ਬੰਦਾ ਖਾ ਰਿਹਾ ਹੁੰਦਾ, ਮੈਂ ਤਾਂ ਇੰਨੇ ਮੈਂ ਵੀ ਦੇਖ ਲਾਂ ਵੱਧ ਤੋਂ ਵੱਧ। ਹੁਣ ਜਿਹੜਾ ਕੰਮ ਕਰਨ ਵਾਲਾ ਉਹ ਸੋਚਦਾ ਕਿ ਮੈਨੂੰ ਕੀ ਦਿੱਕਤ ਹੈ ਜੇ ਕੱਲ੍ਹ ਨੂੰ ਸੜਕ ਟੁੱਟਦੀ ਹੈ, ਆਹ ਪੁਲ ਬਹਿੰਦਾ ਹੈ, ਜਿਹੜਾ ਪੁਲ ਹੁਣ ਪਿੱਛੇ ਤੁਸੀਂ ਦੇਖਿਆ ਹੀ ਰਾਜਪੁਰੇ ਦਾ, ਹਾਂ, ਇੱਕ ਹੋਰ ਵੱਡਾ ਪੁਲ ਬਣਿਆ ਸੀਗਾ, ਉਹ ਵੀ ਬਹਿ ਗਿਆ। ਅਤੇ ਉਹ ਜਦੋਂ ਪੁਲ ਬਣ ਕੇ ਸੜਕਾਂ ਬਣਦੀਆਂ 2-4 ਮਹੀਨੇ ਬਾਅਦ ਟੁੱਟ ਜਾਂਦੀਆਂ ਨੇ। ਹੁਣ ਤੇ ਉਹਨਾਂ ਦੇ ਉੱਪਰ ਗੱਡੀਆਂ ਲੰਘਦੀਆਂ ਨੇ, ਮੰਤਰੀਆਂ ਦੀਆਂ ਵੀ ਲੰਘਦੀਆਂ, DC SSP ਸਾਰੇ ਲੰਘਦੇ ਨੇ। ਸੜਕਾਂ, ਪੁਲ, ਹੋਰ ਆਲਾ ਦੁਆਲਾ ਜਿੱਥੇ ਤੁਸੀਂ ਵਿਕਾਸ ਦੇ ਕਾਰਜ ਦੇਖਦੇ ਹੋ, ਪੰਚਾਇਤਾਂ ਦੇ ਫੰਡ ਦੇਖਦੇ ਹੋ, ਸਾਰਾ ਕੁਝ ਹੁੰਦਾ। ਉਹਨਾਂ ਦੇ ਵਿੱਚੋਂ ਹੀ ਘਪਲਿਆਂ ਦੀ ਸ਼ੁਰੂਆਤ ਹੁੰਦੀ ਹੈ ਅਤੇ ਅੱਗੇ ਕਰੀ ਜਾਂਦੇ ਨੇ। ਹੁਣ ਜਿਹੜੇ ਅਫਸਰਾਂ ਦੀ ਤੁਸੀਂ ਗੱਲ ਕੀਤੀ, ਸਹਾਇਕ ਬੰਦੇ ਰੱਖੇ ਹੋਏ ਨੇ ਉਹਨਾਂ ਨੇ ਆਪਣੇ, ਠੀਕ ਹੈ, ਉਹ IAS ਆਫਿਸਰ ਨੇ। ਉਹਨਾਂ ਨੂੰ ਇਜਾਜ਼ਤ ਮਿਲ ਗਈ ਚੰਡੀਗੜ੍ਹ 'ਚ ਜਿਹੜੇ ਹੈਗੇ ਨੇ, ਉਹਨਾਂ ਨੂੰ ਮਿਲੀ ਹੈ ਕਿ ਉਹ ਸਹਾਇਕ ਰੱਖ ਸਕਦੇ ਨੇ। ਉਹ 1.5 ਕਰੋੜ ਰੁਪਏ ਦਾ ਸਾਲਾਨਾ ਉਹਦੇ 'ਤੇ ਬੋਝ ਪੈ ਰਿਹਾ ਸਰਕਾਰੀ ਖਜ਼ਾਨੇ ਦੇ ਉੱਤੇ। 2.5 ਸਾਲਾਂ ਤੋਂ ਕਹਿੰਦੇ ਇਹ ਰੱਖੇ ਹੋਏ ਨੇ। ਪਰ ਜਿਹੜਾ ਹੁਣ ਉਹ ਅੰਦਰ ਜਿਹੜਾ ਆਪਾਂ ਕਹਿੰਦੇ ਚੋਰ ਮੋਰੀ ਕੀ ਹੈ, ਉਹ ਹੈਗੇ ਕਿ ਇਹ ਲੋਕਾਂ ਤੋਂ ਜੇ ਪੁੱਛਿਆ ਜਾਵੇ ਵੀ ਤੁਸੀਂ ਜਦੋਂ ਤਨਖਾਹ ਲੈਂਦੇ ਨੇ ਉਹਨਾਂ ਸਹਾਇਕਾਂ ਦੀ, ਇਹ ਅਫਸਰ IAS ਆਫਿਸਰ ਨੇ ਜਿਹੜੇ,
15,000 ਰੁਪਏ ਬੰਦਾ ਤਨਖਾਹ ਲੈਂਦੇ ਨੇ ਤਾਂ ਨਾ ਤਾਂ ਉੱਥੇ ਸਹਾਇਕ ਦਾ ਨਾਂ ਭਰਿਆ ਜਾਂਦਾ, ਨਾ ਹੀ ਐਡਰੈਸ ਭਰਿਆ ਜਾਂਦਾ। ਵੈਸੇ ਸਹਾਇਕ ਲਿਖ ਕੇ 15,000, ਹੁਣ ਤਾਂ 18,000 ਹੋ ਗਈ, 18,471 ਰੁਪਏ ਹੋ ਗਈ ਤਨਖਾਹ, ਉਹਨਾਂ ਵੱਧ ਗਈ ਤੇ ਉਹ ਲੈਂਦੇ ਨੇ। 70 ਤੋਂ ਵੱਧ IAS ਅਫਸਰ ਚੰਡੀਗੜ੍ਹ 'ਚ ਨੇ, ਪੰਜਾਬ ਦੇ ਬੈਠੇ ਨੇ। ਹੁਣ ਜਿਹੜੇ ਪੰਜਾਬ ਵਾਲੇ ਨੇ ਉਹਨਾਂ ਨੇ ਵੀ ਬਾਂਹ ਖੜੀ ਕਰ ਲਈ ਕਿ ਅਸੀਂ ਸਾਨੂੰ ਵੀ ਸਹਾਇਕ ਦਿਓ। ਦੇਖੋ ਉਹ ਸਹਾਇਕ ਕਾਹਦੇ ਲਈ ਕੰਮ ਕਾਹਦੇ ਲਈ ਕਰ ਰਹੇ ਨੇ, ਉਹ ਸਹਾਇਕ ਕਿਸ ਲਈ ਕੰਮ ਕਰਨਾ, ਪ੍ਰਾਈਵੇਟ ਸਹਾਇਕ ਨੇ, ਉਹ ਕਾਹਦੇ ਵਾਸਤੇ ਰੱਖੇ ਨੇ ਉਹ, ਠੀਕ ਹੈ। ਉਹ ਫਿਰ ਦੂਜੀਆਂ ਸਟੇਟਾਂ ਦੇ ਬੰਦੇ ਨੇ, ਪਹਿਲਾਂ ਵੀ ਰੌਲਾ ਪਿਆ ਸੀ, ਹੁਣ ਵੀ ਪਿਆ। ਨੌਕਰ ਚਾਕਰ ਨੇ ਜਿਹੜੇ ਉਹ ਵੀ ਦੂਜੀਆਂ ਸਟੇਟਾਂ ਦੇ ਨੇ, ਲਿਆ ਕੇ ਮੈਨੂੰ ਇਹ ਖਾਣਾ ਵਧੀਆ ਬਣਾਉਂਦਾ, ਬਹਾਦਰ ਹੈ, ਇਹ ਰੱਖ ਲਓ, ਖਜ਼ਾਨਾ ਸਰਕਾਰੀ ਤਨਖਾਹ ਦੇਣ ਨੂੰ, ਠੀਕ ਹੈ। ਪੰਜਾਬੀ ਦਿਹਾੜੀ ਕਰ ਰਹੇ ਨੇ, ਝੋਲਾ ਚੱਕ ਕੇ ਟੰਗ ਕੇ ਸਾਈਕਲ ਤੇ ਵਿਚਾਰਾ ਜਾਂਦਾ ਹੈ, ਚੌਂਕ 'ਚ ਖੜਦਾ, ਮਿਲੇ ਦਿਹਾੜੀ ਮਿਲੇ ਨਹੀਂ ਨਾ ਮਿਲੇ। ਮੈਂ ਇਹ ਗੱਲ ਨਹੀਂ ਕਰਨਾ ਚਾਹੁੰਦਾ ਕਿ ਇਨਸਾਨ ਤਾਂ ਇਨਸਾਨ ਹੈ, ਸਾਰਿਆਂ ਨੂੰ ਕੰਮ ਕਰਨ ਦਾ ਅਧਿਕਾਰ ਹੈਗਾ, ਸਾਰਿਆਂ ਨੂੰ ਰੋਜੀ ਰੋਟੀ ਕਮਾਉਣ ਦਾ ਅਧਿਕਾਰ ਹੈ। ਪਰ ਜੇ ਤੁਸੀਂ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਲਈ ਤੁਸੀਂ ਕੰਮ ਨਹੀਂ ਕਰ ਸਕਦੀਆਂ ਸਰਕਾਰਾਂ, ਆਫਿਸਰ, ਤਾਂ ਕਿਹਦੇ ਲਈ ਕੰਮ ਕਰਨਗੀਆਂ? ਉਹਨਾਂ ਨੂੰ ਨੌਕਰੀ 'ਚ ਥਾਂ ਨਹੀਂ। ਛੋਟੇ ਕੰਮ ਕਰ, ਤੁਸੀਂ ਦੇਖੋ ਕਿ ਸੜਕਾਂ ਦੇ ਕਿਨਾਰੇ ਕਿੰਨੇ ਹੀ ਪ੍ਰਵਾਸੀ ਮਜ਼ਦੂਰ ਨੇ, ਜਿਹੜੇ ਪ੍ਰਵਾਸ ਤੋਂ ਆਏ ਹੋਏ ਨੇ, ਦੂਜੀਆਂ ਸਟੇਟਾਂ ਤੋਂ ਆਏ ਨੇ, ਉਹ ਸਾਰੇ ਆਪਣੇ ਕੰਮ ਧੰਦੇ ਚਲਾ ਰਹੇ ਨੇ, ਨਜਾਇਜ਼ ਖੋਖੇ ਰੱਖੇ ਹੋਏ ਨੇ, ਨਜਾਇਜ਼ ਰੇੜੀਆਂ, ਸਾਰਾ ਕੁਝ ਕਰਿਆ ਹੋਇਆ ਉਹਨਾਂ ਨੇ, ਉਹਨਾਂ ਨੂੰ ਕੋਈ ਨਹੀਂ ਛੇੜਦਾ। ਇੱਕ ਪੰਜਾਬੀ ਬੰਦਾ ਲਾ ਕੇ ਦਿਖਾਵੇ ਰੇੜੀ, ਸ਼ਾਮ ਨੂੰ ਡੰਡਾ ਮਾਰ ਕੇ ਪੁਲਿਸ ਵਾਲਾ ਨੂੰ ਚੁਕਾ ਦੂ ਉੱਥੋਂ, ਕੋਈ ਖੋਖਾ ਨਹੀਂ ਲਾ ਸਕਦਾ, ਉਹ ਕੁਝ ਨਹੀਂ ਕਰ ਸਕਦਾ। ਕਿ ਜ਼ਿਮੀਂਦਾਰ ਕੀ ਕਹਿ ਲਓ, ਕਿਸਾਨ ਕਹਿ ਲਓ, ਜੇ ਕੋਈ ਰੇਟ ਆਪਣੇ ਕੋਈ ਛੋਟਾ ਹਾਥੀ ਟਰਾਲੀ ਲਾ ਕੇ ਖੜ ਦਿੰਦਾ ਨਾ, ਉਹਨੂੰ ਕਹਿੰਦੇ ਨੇ ਟ੍ਰੈਫਿਕ 'ਚ ਵਾਧਾ ਇੱਥੋਂ ਉਹ ਬਣ ਰਿਹਾ, ਅੜਿੱਕਾ ਬਣ ਰਿਹਾ, ਚੱਲ ਨਿਕਲ ਇੱਥੋਂ, ਅੱਗੇ ਚੱਲ। ਪਰ ਉਹਨਾਂ ਨੂੰ ਕੋਈ ਨਹੀਂ ਰੋਕਦਾ। ਕਾਰਨ ਕੀ ਹੈ? ਵੋਟ ਬੈਂਕ ਹੈ, ਜਾਲੀ ਵੋਟਾਂ ਬਣੀਆਂ ਹੋਈਆਂ ਨੇ। ਮੈਂ ਤੁਹਾਨੂੰ ਇੱਕ ਗੱਲ ਇੱਥੇ ਛੋਟੀ ਜਿਹੀ ਹਟ ਕੇ ਥੋੜ੍ਹੀ ਜਿਹੀ, ਪਰ ਹੈ ਭ੍ਰਿਸ਼ਟਾਚਾਰ ਨਾਲ ਜੁੜੀ। ਕੋਈ ਬੰਦਾ ਜਾਂਚ ਕਰਵਾ ਲਵੇ, ਸਰਕਾਰ ਕਰਵਾ ਲਵੇ, ਨਿੱਜੀ ਤੌਰ ਤੇ ਕੋਈ ਆਰਟੀ ਪਾ ਕੇ ਦੇਖ ਲਵੇ, ਜਿਹੜੇ ਸ਼ਗਨ ਸਕੀਮਾਂ ਨੇ ਉਹ ਕੱਚੇ ਮਕਾਨਾਂ ਦੇ ਉਹ ਡਿਟੇਲਾਂ ਕਢਾ ਲਵੇ, ਪੈਸੇ ਮਿਲਣ ਵਾਲੇ, ਜਿਹੜੇ ਹੋਰ ਛੋਟੀਆਂ ਰੇਹੜੀਆਂ ਦੇ ਪੈਸੇ ਮਿਲਦੇ ਨੇ, ਖੋਖਿਆਂ ਵਾਸਤੇ ਮਿਲਦੇ ਨੇ, ਹੋਰ ਜਿੰਨੀਆਂ ਵੀ ਸਹੂਲਤਾਂ ਨੇ, ਉਹਨਾਂ ਦੇ ਵਿੱਚ ਪੰਜਾਬੀ ਤੁਹਾਨੂੰ ਪਰਸੈਂਟੇਜ ਦੇ ਹਿਸਾਬ ਨਾਲ ਨਾ ਮਾਤਰ ਮਿਲ ਰਹੇ ਨੇ। ਲੋਕ ਆਫਿਸਰ ਕਹਿ ਰਹੇ ਨੇ ਕਿ ਸਾਡਾ ਨੋਨ ਹੈ, ਇਹਦਾ ਕੰਮ ਕਰੋ, ਇਹਨੂੰ ਦਵਾਓ, ਇਹ ਸਕੀਮ ਦਾ ਪੈਸਾ ਇਹਨੂੰ ਦੇਣਾ ਚਾਹੀਦਾ, ਇਹਨੂੰ ਕਢਾ ਲਓ। ਜੇ ਨਾ ਤੁਹਾਨੂੰ ਦੋ ਵੋਟਰ ਕਾਰਡ ਬਣੇ ਹੋਏ ਨੇ, ਠੀਕ ਹੈ, ਬੈਠੇ ਨੇ ਇੱਥੇ, ਉੱਧਰ ਵੀ ਵੋਟ ਪਾ ਕੇ ਆਉਂਦੇ ਨੇ, ਉਹ ਇੱਧਰ ਵੀ ਪਾਉਂਦੇ ਨੇ। ਉਹਨਾਂ ਕਰਕੇ ਮਤਲਬ ਕਹਿਣ ਦਾ ਭਾਵ ਹੈ ਕਿ ਉੱਪਰੋਂ ਸਾਰਾ ਕੁਛ ਹੈ, ਸਰਕਾਰ ਨੂੰ ਵੋਟ ਚਾਹੀਦੀ ਹੈ, ਨਾਲ ਪੈਸਾ ਚਾਹੀਦਾ ਵੋਟਾਂ ਲੜਨ ਵਾਸਤੇ। ਉਹ ਕੌਣ ਲੈ ਕੇ ਦਊਗਾ? ਥੱਲੇ ਜਿਹੜੇ ਉਹਨਾਂ ਦੇ ਕੰਮ ਕਰਦੇ ਨੇ, ਉਹ ਆਪਣੇ ਥੱਲੇ ਕਰ। ਪਰਮਿੰਦਰ ਜੀ, ਇੱਕ ਗੱਲ ਇਹ ਵੀ ਹੈ ਨਾ ਕਿ ਦੇਖੋ, ਕੋਈ ਵੀ ਸਰਕਾਰ ਹੋਵੇ, ਭਾਵੇਂ ਅਕਾਲੀ ਦਲ ਦੀ ਹੋਵੇ, ਕਾਂਗਰਸੀ ਹੋਵੇ, ਇਹਨਾਂ ਦੀ ਚਲੋ ਗੱਲੇ ਕੀ ਕਰਨੀ ਹੈ, ਇਹਨਾਂ ਤਾਂ ਲੁੱਟ ਕੇ ਖਾ ਲਏ ਸਾਰੇ। ਤੇ ਭਾਵੇਂ ਹੁਣ ਆਮ ਆਦਮੀ ਪਾਰਟੀ ਹੈ, ਸੈਂਟਰ ਦੇ ਵਿੱਚ BJP ਹੈ, ਦੋ ਸਰਕਾਰਾਂ ਨੇ ਭ੍ਰਿਸ਼ਟਾਚਾਰ ਤੇ ਕਹਿੰਦੇ ਜੋ ਅਸੀਂ ਕੰਮ ਕਰਦੇ ਹਾਂ। ਕੋਈ ਵੀ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਜਦੋਂ ਲੋਕਾਂ ਨੂੰ ਇਹ ਗੱਲ ਉਹ ਕਹਿੰਦੇ ਨੇ ਕਿ ਆਹ ਚੱਕੋ 1000 ਰੁਪਏ, ਸਾਨੂੰ ਵੋਟ ਦਿਓ, ਸਭ ਤੋਂ ਵੱਡਾ ਭ੍ਰਿਸ਼ਟਾਚਾਰ ਤਾਂ ਉਹ ਹੈ ਨਾ। ਭਾਵੇਂ ਲੱਖ ਕੋਈ ਗੱਲ ਕਰੀ ਜਾਵੇ ਕਿ ਅਸੀਂ ਭ੍ਰਿਸ਼ਟਾਚਾਰ ਖਤਮ ਕਰ ਦਾਂਗੇ, ਪਰ ਜੋ ਭ੍ਰਿਸ਼ਟਾਚਾਰ ਸ਼ੁਰੂ ਹੁੰਦਾ ਸਰਕਾਰ ਦੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸ਼ੁਰੂ ਹੁੰਦਾ। ਅਸੀਂ ਤੁਹਾਨੂੰ ਮੁਫਤ ਸਿਲੰਡਰ ਦੇਵਾਂਗੇ, ਤੁਹਾਡੇ ਘਰ ਦੇ ਵਿੱਚ 5 ਜੀ ਨੇ, 5 ਦੇ ਵਿੱਚ 3 ਔਰਤਾਂ ਨੇ, ਉਹਨਾਂ ਨੂੰ 1-1000 ਰੁਪਏ ਦੇਵਾਂਗੇ ਅਸੀਂ। ਸਾਰੀ ਸਰਕਾਰਾਂ ਕਹਿੰਦੀਆਂ, ਕੋਈ 500 ਕਹਿੰਦਾ, ਨਵਜੋਤ ਸਿੱਧੂ ਵੀ ਕਹਿੰਦਾ ਸੀ 18 ਸਾਲ ਤੋਂ ਉੱਪਰ ਅਸੀਂ ਇੰਨੇ 1000 ਦੇਵਾਂਗੇ। ਉਹ ਭ੍ਰਿਸ਼ਟਾਚਾਰ ਹੈ ਨਾ, ਤੁਸੀਂ ਸ਼ਰੇਆਮ ਮੁੱਲ ਵੋਟ ਖਰੀਦ ਰਹੇ ਹੋ। ਬਿਲਕੁਲ, ਵੋਟ ਬੈਂਕ, ਵੋਟ ਰਾਜਨੀਤੀ, ਸਾਰਾ ਕੁਝ ਇਹੀ ਹੈ। ਵੋਟ ਬੈਂਕ ਵੀ ਉਹਨਾਂ ਦਾ ਇਹੀ ਹੈ, ਵੋਟਾਂ ਦੀ ਰਾਜਨੀਤੀ ਵੀ ਇਹੀ ਹੈ। ਜੇ ਦੇਣਾ ਤੁਸੀਂ ਬੇਰੁਜ਼ਗਾਰਾਂ ਨੂੰ ਪੱਤਾ ਕਿਉਂ ਨਹੀਂ ਦਿੰਦੇ? ਨਹੀਂ, ਬੇਰੁਜ਼ਗਾਰੀ ਦਾ ਪੱਤਾ ਦਿਓ ਉਹਨਾਂ ਨੂੰ। ਦੇਣਾ ਵੀ ਕਿਉਂ ਹੈ? ਤੁਸੀਂ ਰੁਜ਼ਗਾਰ ਪੈਦਾ ਕਰੋ, ਤੁਹਾਡੇ ਹੱਥ 'ਚ ਰੁਜ਼ਗਾਰ। ਕੋਈ ਬਿਲਕੁਲ ਰੁਜ਼ਗਾਰ ਦਾ ਫਸਟ ਹੈ ਨਾ, ਪਹਿਲਾਂ ਰੁਜ਼ਗਾਰ ਹੈਗਾ। ਚਲੋ ਜੇ ਕੋਈ ਰੁਜ਼ਗਾਰ ਦੀ ਗੱਲ ਕਰਦਾ ਬੰਦਾ ਕਿ ਨਹੀਂ ਰੁਜ਼ਗਾਰ ਹੈਗਾ ਉਹਦੇ ਕੋਲ, ਤਾਂ ਪਹਿਲਾਂ ਉਹਦੀ ਹੈਲਪ ਕਰੀ ਜਾਵੇ ਕਿ ਉਹ ਆਪਣੇ ਹੱਥ ਕੰਮ ਕਰਨ ਵਾਲਾ ਕਿਹੜਾ ਕੰਮ ਕਰ ਸਕਦਾ, ਉਹਨੂੰ ਉਹ ਕੰਮ ਸੈੱਟ ਕਰਵਾਇਆ ਜਾਵੇ। ਮੰਨ ਲਓ ਕੋਈ ਨਹੀਂ ਕਰ ਸਕਦਾ ਕਿਸੇ ਤਰੀਕੇ ਨਾਲ, ਸਰੀਰਕ ਤੌਰ ਤੇ ਕੋਈ ਇਸਦਾ ਦਾ, ਜਾਂ ਜਿਵੇਂ ਬਾਹਰਲੀਆਂ ਸਰਕਾਰਾਂ ਦਿੰਦੀਆਂ ਨੇ ਕਿ ਜਦ ਤੱਕ ਇਹ ਕੰਮ ਨਹੀਂ ਕਰ ਪਾ ਰਿਹਾ ਜਾਂ ਸੈਟਿੰਗ ਨਹੀਂ ਹੋ ਰਹੀ, ਉਹਨੂੰ ਭੱਤਾ ਦਿੰਦੇ ਹੈ। ਉਹ ਭੱਤੇ ਕਿਉਂ ਨਹੀਂ ਦਿੰਦੇ? ਉਹ ਭੱਤੇ ਦੇ ਰੂਪ 'ਚ ਦੇ ਰਹੇ ਨਾ, ਉਹ ਤਾਂ ਬੰਨਿਆ ਹੋਇਆ ਨਾ। ਉਹ ਮੈਂ ਥੋੜ੍ਹੀ ਕਹਿ ਦੂੰਗਾ ਮੈਂ ਤੁਹਾਨੂੰ ਆਹ ਚੀਜ਼ ਦੇ ਰਿਹਾ, ਫਿਰ ਤਾਂ ਜਦੋਂ ਮੈਂ ਦੇ ਰਿਹਾ ਫਿਰ ਤਾਂ ਮੇਰੀ ਪਾਰਟੀ ਨੂੰ ਵੋਟ ਜਾਊਗੀ ਨਾ। ਉਹ ਤਾਂ ਸਰਕਾਰੀ ਤੌਰ ਤੇ ਸਲੈਬ ਬਣ ਗਈ ਇੱਕ, ਕਿ ਤਾਂ ਦੇਣਾ ਹੀ ਦੇਣਾ ਹਰ ਇੱਕ। ਹਰ ਇੱਕ ਦਾ ਇਹ ਹੁੰਦਾ ਨਾ ਕਿ ਸਾਡੀ ਪਾਰਟੀ ਤੁਹਾਡੇ ਲਈ ਆਹ ਕਰ ਰਹੀ ਹੈ। ਅੱਜ ਤੱਕ ਕੋਈ ਸਿਆਸਤਦਾਨ ਨਹੀਂ ਕਹਿੰਦਾ ਕਿ ਸਰਕਾਰ ਸਾਡੀ ਆਹ ਕਰ ਰਹੀ ਹੈ, ਪਾਰਟੀ ਆਹ ਕਰ ਰਹੀ ਹੈ। ਉਹੀ ਕਹਿਣਾ, ਪਾਰਟੀ
ਵੋਟਾਂ ਦੀ ਖਰੀਦ ਫਰੋਖਤ ਹੋ ਗਈ ਮੁਫਤ ਦੇ ਵਿੱਚ। ਹੁਣ ਕਿਸ ਨੂੰ ਨਹੀਂ ਪਤਾ ਕਿ ਅਫਸਰਾਂ ਨੂੰ ਨਹੀਂ ਪਤਾ ਕੌਣ ਐਸਾ ਡੀਸੀ ਹੈ, ਕੌਣ ਐਸਾ ਐਸਐਸਪੀ ਹੈ, ਆਈਜੀ ਹੈ, ਡੀਆਈਜੀ ਹੈ, ਡੀਜੀਪੀ ਲਾਓ, ਕੌਣ ਇਹੋ ਜਿਹਾ ਬੰਦਾ ਜਿਹਨੂੰ ਇਹ ਨਹੀਂ ਪਤਾ ਕਿ ਵੋਟਾਂ 'ਚ ਸ਼ਰਾਬ ਚੱਲਦੀ ਹੈ, ਨਸ਼ਾ ਚੱਲਦਾ ਹੈ, ਕਿਹਨੂੰ ਨਹੀਂ ਪਤਾ? ਕੌਣ ਇਹੋ ਜਿਹਾ ਬੰਦਾ ਜਿਹੜਾ ਹੈ ਉਹਨੂੰ ਇਹ ਨਹੀਂ ਪਤਾ ਕਿ ਹਾਂ ਵੋਟਾਂ 'ਚ ਪੈਸਾ ਚੱਲਦਾ ਹੈ? ਕੌਣ ਕਹਿ ਦੂਗਾ ਉੱਠ ਕੇ ਆ ਕੇ ਕਹੇਗਾ, ਉਹਨੂੰ ਪਤਾ ਨਹੀਂ ਹੈਗਾ। ਤੇ ਸਰਕਾਰਾਂ ਥੋੜਾ ਜਿਹਾ ਆਹ ਵੀ ਦੱਸਣ ਵੀ ਫਿਰ ਜੇਕਰ ਹੋਰ ਚੀਜ਼ਾਂ ਪ੍ਰਤੀ ਪੈਸਾ ਦੇਣਾ ਗਲਤ ਹੈ, ਸ਼ਰਾਬ ਤਾਂ ਲੀਗਲ ਹੈ ਨਾ ਪੰਜਾਬ ਦੇ ਵਿੱਚ, ਠੇਕਿਆਂ ਦੇ ਵਿੱਚ, ਦੇਸ਼ ਦੇ ਵਿੱਚ, ਫਿਰ ਸ਼ਰਾਬ ਵੰਡਣੀ ਗਲਤ ਕਿਵੇਂ ਹੋਊਗੀ? ਦੇਖੋ ਮੁਫਤ ਦੀ ਚੀਜ਼ ਦੇ ਰਹੇ ਜਦੋਂ ਨਹੀਂ, ਜੇਕਰ ਮੁਫਤ ਦੇ ਵਿੱਚ ਪੈਸੇ ਰਾਸ਼ਨ ਦੇਣਾ ਜਾਇਜ਼ ਹੈ, ਫਿਰ ਸ਼ਰਾਬ ਗਲਤ ਕਿਵੇਂ ਹੋਊਗੀ? ਉਹ ਇੱਕ ਸਕੀਮ ਦੇ ਤਹਿਤ ਦੇ ਰਹੇ, ਇੱਥੇ ਤੁਹਾਨੂੰ ਦੇ ਰਹੇ ਵੀ ਸਵੇਰੇ ਵੋਟ ਪਾਈ ਆ ਫੜ ਬੋਤਲ। ਨਹੀਂ, ਉਹ ਜਿਹੜਾ ਆਹ ਕੁਛ ਹੈ ਸਕੀਮ ਦਾ ਤਾਂ ਰੂਪ ਦੇਤਾ ਨਾ ਉਹਨੂੰ। ਮੈਂ ਤਾਂ ਆਪ ਕੰਮ ਤਾਂ ਉਹੀ ਹੈ। ਮੈਂ ਇਹੀ ਤਾਂ ਗੱਲ ਕਰਦਾ ਕਿ ਚਾਹੇ ਭ੍ਰਿਸ਼ਟਾਚਾਰ 1000 ਰੁਪਇਆ ਦੇਣਾ, ਚਾਹੇ ਤੁਸੀਂ ਮੁਫਤ ਦੇ ਵਿੱਚ ਕੋਈ ਚੀਜ਼ ਦੇ ਰਹੇ ਹੋ, ਪਿੱਛੇ ਕੀ ਹੈ, ਮੋਟਿਵ ਕੀ ਹੈ? ਮੋਟਿਵ ਰੁਜ਼ਗਾਰ ਦੇਣਾ ਨਹੀਂ ਨਾ ਹੈਗਾ। ਜੇ ਰੁਜ਼ਗਾਰ ਦੇਣਾ ਹੈਗਾ, ਕਿਸੇ ਗਰੀਬ ਦਾ ਘਰ ਚਲਾਉਣਾ ਹੈਗਾ, ਤਾਂ ਵੱਖਰੀ ਗੱਲ ਆ। ਹੁਣ ਕਿੰਨੇ ਹੀ ਲੋਕ ਨੇ ਜਿਨ੍ਹਾਂ ਦੇ ਕੋਲ ਘਰ ਨਹੀਂ ਹੈਗੇ, ਜਿਨ੍ਹਾਂ ਕੋਲ ਕਮਾਈ ਦਾ ਕੋਈ ਸੋਰਸ ਨਹੀਂ ਹੈਗਾ, ਕਮਾਉਣ ਵਾਲਾ ਕੋਈ ਬੰਦਾ ਨਹੀਂ ਹੈਗਾ, ਉਹਨਾਂ ਦੇ ਘਰ ਦੀਆਂ ਛੱਤਾਂ ਵੀ ਨਹੀਂ ਹੈਗੀਆਂ, ਉਹਨਾਂ ਨੂੰ ਕਿਉਂ ਨਹੀਂ ਦਿੰਦੇ ਇਹ ਕੁਛ? ਜੇ ਦੇਣਾ ਹੈ ਮੁਫਤ ਤਾਂ ਉਹਨਾਂ ਨੂੰ ਕਿਉਂ ਨਹੀਂ ਦਿੰਦੇ ਹੈਗੇ? ਬਥੇਰੇ ਲੋਕ ਸੋਸ਼ਲ ਮੀਡੀਆ ਤੇ ਅਪਲੋਡ ਕਰਦੇ ਨੇ, ਸੋਸ਼ਲ ਵਰਕਰ ਵੀ ਫਿਰ ਰਹੇ ਨੇ ਲੋਕਾਂ ਦੇ ਘਰਾਂ 'ਚ ਜਾ ਕੇ ਫੰਡ ਮੰਗਦੇ ਨੇ, ਫੰਡ ਦੇ ਦਿਓ ਜੀ, ਇਹ ਬੰਦੇ ਦੀ ਕੁੜੀ ਦਾ ਵਿਆਹ ਹੈ, ਆਹ ਬੰਦੇ ਦੇਖੋ ਗਰੀਬ ਨੇ, ਪੰਗ ਬੈਠੇ ਨੇ, ਸਾਰੇ ਪਰਿਵਾਰ ਵਾਲੇ ਪੰਗ ਨੇ, ਠੀਕ ਹੈ, ਕੋਈ ਅੰਨੇ ਨੇ, ਕੋਈ ਕੁਛ ਹੈ, ਵਿਚਾਰਿਆਂ ਨੂੰ ਦਿੰਦਾ ਨਹੀਂ ਕਿਸੇ ਨੂੰ ਇਸ ਤਰ੍ਹਾਂ ਦਾ, ਮਤਲਬ ਅੱਖਾਂ ਤੋਂ ਰੋਸ਼ਨੀ ਨਹੀਂ ਹੈਗੀ ਉਹਨਾਂ ਦੀ, ਉਹਨਾਂ ਨੂੰ ਵਿਚਾਰਿਆਂ ਨੂੰ ਕੌਣ ਸਾਂਭਣ ਵਾਲਾ? ਉਹਨਾਂ ਨੂੰ ਪੰਜਾਬੀ ਨੇ ਕੋਈ ਸਾਂਭਦਾ ਨਹੀਂ, ਠੀਕ ਹੈ। ਉਹ ਚੀਜ਼ ਨਹੀਂ ਕਰਨੀ ਹੈਗੀ। ਹਸਪਤਾਲਾਂ ਦੇ ਵਿੱਚ ਸਾਰੇ ਰੁਲਦੇ ਨੇ, ਹਸਪਤਾਲਾਂ ਦੇ ਵਿੱਚ ਤੁਸੀਂ ਦੇਖੋ ਗਰੀਬ ਬੰਦਾ ਸਰਕਾਰੀ ਹਸਪਤਾਲ ਜਾਂਦਾ ਹੈ, ਠੀਕ ਹੈ ਨਾ, ਗਰੀਬ ਬੱਚਾ ਹੀ ਅੱਜ ਸਰਕਾਰੀ ਸਕੂਲ 'ਚ ਪੜ੍ਹਦਾ ਹੈ, ਗਰੀਬ ਹੀ ਸਰਕਾਰੀ ਬੱਸ ਚੜ੍ਹਦਾ ਹੈ, ਹੋਰ ਤਾਂ ਕਿਸੇ ਨੂੰ ਲੋੜ ਨਹੀਂ ਇਹਨਾਂ 3-4 ਚੀਜ਼ਾਂ ਦੀ। ਸਰਕਾਰੀ ਨੌਕਰੀ ਅਮੀਰ ਬੰਦਾ ਫੜਦਾ ਹੈ, ਸਭ ਤੋਂ ਅਮੀਰ ਹੋਊਗਾ ਜਿਹੜਾ ਉਹਨੂੰ ਸਰਕਾਰੀ ਨੌਕਰੀ ਮਿਲੇ, ਗਰੀਬਾਂ ਵਾਸਤੇ ਸਰਕਾਰੀ ਨੌਕਰੀ ਵੀ ਨਹੀਂ ਹੈਗੀ। ਸੋ ਇਹਨਾਂ ਥਾਵਾਂ 'ਤੇ ਕੌਣ ਨਹੀਂ ਜਾਂਦਾ? ਐਮਐਲਏ ਨਹੀਂ ਜਾਂਦੇ, ਸਿਹਤ ਮੰਤਰੀ ਹੈ ਨਹੀਂ ਇਹਨਾਂ ਕੋਲ, ਕਿਹੜੀ ਸਰਕਾਰ 'ਚ ਨਹੀਂ ਸੀਗਾ ਸਿਹਤ ਮੰਤਰੀ? ਸਿਹਤ ਮੰਤਰੀ ਤਾਂ ਆਪ ਰੋਕ ਗਏ ਨੇ ਨਾ ਭ੍ਰਿਸ਼ਟਾਚਾਰਾਂ ਦੇ। ਉਹੀ ਕਹਿੰਦਾ, ਪੈਸਾ ਤਾਂ ਬਿਮਾਰ ਨੇ ਵਿਚਾਰੇ, ਪੈਸਾ ਹੁੰਦਾ, ਦਵਾਈਆਂ ਦੀ ਪੈਸਾ ਹੁੰਦਾ, ਕਿੱਥੇ ਨੇ ਦਵਾਈਆਂ? ਛੱਕ ਜਾਂਦੇ ਨੇ। ਪਿੰਡਾਂ ਦੇ ਵਿੱਚ ਪਿੰਡਾਂ ਦੇ ਪਿੰਡ ਨਰਕ ਬਣੇ ਹੋਏ ਨੇ, ਗਰਕ ਹੋ ਗਏ, ਚੀਕ ਬਿਆ ਸਾਰਾ ਕੁਝ ਉੱਥੇ। ਇਹ ਵਿਕਾਸ ਕਰਨਾ ਜੀ, ਉਹ ਗਲੀਆਂ ਨਾਲੀਆਂ ਦੀ ਫੰਡ ਜਾ ਰਹੀ, ਉਹ ਕਿੱਥੇ ਨੇ ਫੰਡ? ਦੇਖੋ ਕਈ ਤਾਂ ਇਹੋ ਜਿਹੇ ਵੀ ਸੂਰਬੀਰ ਅਫਸਰ ਹੈਗੇ ਨੇ ਪੰਜਾਬ ਦੇ ਵਿੱਚ ਜਿਹੜੇ ਉੱਪਰਲੇ ਅਫਸਰਾਂ ਨੂੰ ਉਹ ਤਕਲੀਫ ਨਹੀਂ ਦੇਣਾ ਚਾਹੁੰਦੇ। ਜਿਵੇਂ ਤੁਸੀਂ ਦੱਸ ਰਹੇ ਸੀ ਕਿ ਪਟਵਾਰੀ ਜੀ ਨੇ ਓਵਰ ਐਸਡੀਐਮ ਦੇ ਸਾਈਨ ਵੀ ਆਪੇ ਕਰ ਲੈਂਦੇ ਨੇ, ਵੀ ਕਾਹਨੂੰ ਕਹਿਣ ਜਾਣਾਂਗੇ ਸਾਈਨ ਕਰ ਦਿਓ, ਆਪੇ ਕਰ ਲਾਂਗੇ। ਬਟਾਲੇ ਦਾ ਕੇਸ ਹੈਗਾ ਇਹ, ਉੱਥੇ ਇੱਕ ਪਟਵਾਰੀ ਹੈ, ਹੁਣ ਆਪਣੀ ਤਰੱਕੀ ਵਾਸਤੇ ਉਹ ਆਪਣੀਆਂ ਗੁਪਤ ਰਿਪੋਰਟਾਂ ਦੇ ਐਸਡੀਐਮ ਦੇ ਸਾਈਨ ਆਪ ਹੀ ਕਰੀ ਜਾ ਰਹੇ ਹੈ। 6 ਸਾਲ ਬਾਅਦ ਕਹਿੰਦੇ ਪੜਤਾ ਫਾਸ਼ ਹੋਇਆ ਦਾ। ਹੁਣ ਐਸਡੀਐਮ ਕੌਣ ਸੀ? ਐਸਡੀਐਮ ਨੂੰ ਪਤਾ ਨਹੀਂ ਲੱਗਿਆ ਕਿ ਸਕੀਮਾਂ ਮੇਰੇ ਨਾਂ ਹੇਠ ਲਾਗੂ ਹੋ ਰਹੀਆਂ ਨੇ। ਨਹੀਂ, ਉਹ ਸਾਈਨ ਦੇਖੋ, ਉਹ ਵੀ ਦੇਖੋ ਨਾ, ਪੀਸੀਐਸ ਚੁਣੇ ਹੋ ਤੁਸੀਂ, ਆਈਐਸ ਚੁਣੇ ਹੋ ਤੁਸੀਂ, ਗੁਪਤ ਰਿਪੋਰਟ ਦੇ ਉੱਤੇ ਐਸਡੀਐਮ ਦੇ ਜਾਲੀ ਸਾਈਨ ਹੋ ਕੇ ਜਾ ਰਹੇ ਨੇ। ਐਸਡੀਐਮ ਕੀ ਕਰ ਰਿਹਾ ਵੀ? ਉਹਦੀ ਡਿਊਟੀ ਕੀ ਹੈ? ਜੇ ਇੱਕ ਸਾਈਨ ਨਹੀਂ ਦੇਖ ਸਕਦਾ ਵੀ ਮੈਂ ਇਸ ਫਾਈਲ ਤੇ ਸਾਈਨ ਕੀਤੇ ਆ ਨਹੀਂ ਕੀਤੇ, ਸਾਰੀਆਂ ਫਾਈਲਾਂ ਚੈੱਕ ਵੀ ਨਹੀਂ ਕਰ ਸਕਦਾ ਬੰਦਾ। ਤੇ ਪਟਵਾਰੀ ਵੀ ਤੁਸੀਂ ਦੇਖੋ ਨਾ, ਪਰਮਿੰਦਰ ਜੀ ਕਿੰਨਾ ਟੈਲੈਂਟਡ ਬੰਦਾ, ਆ ਕੇ 6 ਸਾਲ ਦੇ ਵਿੱਚ ਉੱਥੇ 600 ਐਸਡੀਐਮ ਬਦਲ ਗਏ ਹੋਣੇ, 3 ਮਹੀਨੇ ਬਾਅਦ ਐਸਡੀਐਮ ਬਦਲ ਜਾਂਦਾ, ਉਹ ਸਾਰਿਆਂ ਦੇ ਫਿਰ ਸਾਈਨ ਸੇਮ ਕਰਦਾ। ਮੈਂ ਕਹਿੰਦਾ ਉਹੀ ਗੱਲ ਕਰਦਾ, ਜਦੋਂ ਉੱਪਰਲਾ ਖਾ ਰਿਹਾ ਬੰਦਾ, ਉਹਨੂੰ ਡਰ ਤਾਂ ਉੱਪਰਲੇ ਬੰਦੇ ਦਾ ਹੀ ਹੋਊਗਾ ਨਾ। ਮੈਂ ਪਟਵਾਰੀ ਆ, ਕੋਈ ਆ, ਥੱਲੇ ਵਾਲਾ ਕਰਮਚਾਰੀ ਆ, ਜਦੋਂ ਉਹਦੇ ਉੱਪਰ ਅਫਸਰ ਬੈਠਾ, ਭ੍ਰਿਸ਼ਟ ਬੈਠਾ, ਉਹ ਖਾ ਰਿਹਾ ਤਾਂ ਥੱਲੇ ਵਾਲਾ ਕਿਉਂ ਡਰੂਗਾ? ਉਹ ਫਿਰ ਕੀ ਹੋ ਗਿਆ? ਡਰ ਤਾਂ ਮੰਨ ਲਓ ਜੇਕਰ ਉਹਨੂੰ ਵੀ ਪਤਾ ਹੈ ਨਾ ਪਟਵਾਰੀ ਨੂੰ ਕਿ ਜੇਕਰ ਮੈਂ ਫੜੇ ਵੀ ਗਿਆ ਵੱਧ ਤੋਂ ਵੱਧ ਮੈਨੂੰ 3 ਮਹੀਨੇ ਲਈ ਸਸਪੈਂਡ ਕਰਨਗੇ। ਰਾਜਪੁਰ ਇੱਕ ਹੋਟਲ ਦੇ ਵਿੱਚ 10 ਲੱਖ ਰੁਪਏ ਕੈਸ਼ ਪਟਵਾਰੀ ਲੈਂਦਾ ਫੜਿਆ ਗਿਆ ਸੀ, 3 ਮਹੀਨੇ ਬਾਅਦ ਬਹਾਲ ਕਰਤਾ। ਉਹੀ ਗੱਲ ਕਰਦਾ ਵੀ ਕੌਣ ਹੈ ਐਸਾ ਬੰਦਾ ਜਿਹੜਾ ਲੈ ਕੇ ਆਓ ਜਿਹਦੇ ਤੇ ਪਰਚਾ ਦਰਜ ਹੋ ਕੇ ਉਹਨੂੰ ਸਜ਼ਾ ਹੋਈ ਹੋਵੇ ਤੇ ਉਹਦੀ ਨੌਕਰੀ ਗਈ ਹੋਵੇ। ਔਰ ਬਹੁਤ ਰੇਅਰ ਚਾਂਸ ਹੋਣਗੇ, ਕਿਉਂ ਪਤਾ ਹੈ ਕਿ ਮੰਤਰੀ ਸੰਤਰੀਆਂ ਦੇ ਚੱਲੇ ਨੇ, ਸਰਕਾਰਾਂ ਬਦਲਦੀਆਂ ਨੇ, ਆਪਣਾ ਬੰਦਾ ਆ ਗਿਆ ਬਹਾਲ ਕਰਾ ਦੂਗਾ, ਸਾਰੇ ਕੇਸ ਰਫਾ ਦਫਾ, ਠੀਕ ਹੈ। ਗਵਾਹ ਮੁੱਕਰ ਜਾਂਦੇ ਨੇ, ਠੀਕ ਹੈ, ਉਹ ਸਾਰਾ ਕੁਝ ਹੁਣ ਵੀਡੀਓ ਵੀ ਬਣ ਜਾਂਦੀਆਂ, ਸਭ ਕੁਝ ਹੋ ਜਾਂਦਾ, ਫਿਰ ਵੀ ਬੰਦਾ ਆਰਾਮ ਨਾਲ ਬੈਠ ਕੇ ਸਸਪੈਂਡ ਹੋ ਕੇ 4-6 ਮਹੀਨੇ ਜਵਾਈ ਬਣ ਕੇ ਸਰਕਾਰ ਦਾ ਫੇਰ ਆ ਜਾਂਦਾ। ਉਹ ਚੀਜ਼ਾਂ ਭ੍ਰਿਸ਼ਟਾਚਾਰ ਨੂੰ ਪ੍ਰਫੁੱਲਿਤ ਕਰਦੀਆਂ ਨੇ। ਜੀ ਬਿਲਕੁਲ। ਪਰਮਿੰਦਰ ਜੀ ਇੱਕ ਖਬਰ ਹੋਰ ਹੈ, ਅਲੱਗ ਖਬਰ ਹੈ ਭ੍ਰਿਸ਼ਟਾਚਾਰ ਤੋਂ। ਉਹ ਜਦੋਂ 3 ਖੇਤੀ ਕਾਨੂੰਨ ਆਏ ਸੀ, ਸੈਂਟਰ ਗਵਰਨਮੈਂਟ, ਦੇਖੋ ਸੈਂਟਰ ਗਵਰਨਮੈਂਟ ਦਾ ਸ਼ੁਰੂ ਤੋਂ ਆ ਰਿਹਾ ਕਿ ਅਸੀਂ ਐਮਐਸਪੀ ਤੋਂ ਕਿਸ ਤਰ੍ਹਾਂ ਖਹਿੜਾ ਛੁਡਾਇਆ ਜਾਵੇ। ਜਿੰਨੇ ਵੀ ਸਮਝੌਤੇ ਆਪਣੇ ਇੰਟਰਨੈਸ਼ਨਲ ਤੌਰ ਤੇ ਹੋਏ ਨੇ, ਉੱਥੇ ਵੀ ਐਮਐਸਪੀ ਤੋਂ ਬਾਹਰ ਆਉਣ ਦੀ ਗੱਲ ਚੱਲਦੀ ਹੈ। ਸਰਕਾਰ ਤਰਕ ਆਹ ਦਿੰਦੀ ਸੀ ਕਿ ਸਾਨੂੰ ਵਿਦੇਸ਼ਾਂ ਤੋਂ ਜੇਕਰ ਲੋੜ ਪਈ ਤਾਂ ਅਨਾਜ ਉੱਥੋਂ ਮੰਗਵਾ ਲਾਂਗੇ, ਸਾਨੂੰ
ਉੱਥੋਂ ਸਸਤਾ ਪੈਂਦਾ। ਜੋ ਸਾਡੇ ਕੋਲ ਅਨਾਜ ਪੰਜਾਬ ਹਰਿਆਣਾ ਜਾਂ ਦੇਸ਼ ਦਾ ਪੱਛਮੀ ਯੂਪੀ ਦਾ ਜਮ੍ਹਾਂ ਹੋ ਰਿਹਾ ਸਾਡੇ ਕੋਲ ਅਨਾਜ, ਸਾਨੂੰ ਖਰਚਾ ਜ਼ਿਆਦਾ ਪੈਂਦਾ ਰੱਖਣ ਦਾ। ਸਾਡੇ ਕੋਲ ਅਨਾਜ ਭੰਡਾਰ ਭਰੇ ਹੋਏ ਨੇ। ਹਜੇ ਤਾਂ ਦੇਸ਼ ਦੇ ਉਹ ਹਾਲਾਤ ਬਣੇ ਵੀ ਨਹੀਂ। ਯੂਕਰੇਨ ਰੂਸ ਦਾ ਹੀ ਮਾਮਲਾ ਆਇਆ, 2-3 ਐਪੀਸੋਡ ਇੱਦਾਂ ਦੇ ਹੋਰ ਵਾਪਰੇ ਕਿ ਸਰਕਾਰ ਹੱਲ ਗਈ। ਸਰਕਾਰ ਕਹਿੰਦੇ ਕਿ ਹੁਣ ਅਨਾਜ ਦੀ ਸਾਨੂੰ ਲੋੜ ਹੈ। ਇਹ ਅਮਿਤ ਸ਼ਾਹ ਦਾ ਬਿਆਨ ਜਿਹੜਾ ਹੈਗਾ ਜੀ ਪਿੱਛੇ ਜੇ ਆਇਆ ਹੁਣ, ਉਹ ਕਹਿੰਦੇ ਸਾਨੂੰ ਕੇਵਲ ਦਾਲਾਂ ਹੀ ਨਹੀਂ ਚਾਹੀਦੀਆਂ, ਨਾਲ ਸਾਨੂੰ ਜਿਹੜੀ ਝੋਨੇ ਦੀ ਜਿਹੜੀ ਲਵਾਈ ਹੁਣ ਚੱਲ ਰਹੀ ਹੈ, ਹੋ ਗਈ ਹੈ, ਉਹ ਕਹਿੰਦੇ ਸਾਨੂੰ ਜਿਹੜਾ ਹੈਗਾ ਫਸਲ ਇਹ ਘਟਦੀ ਨਾ ਦਿਖੇ ਕਿਤੇ ਪਾਸਿਓਂ, ਇਹ ਪੂਰੀ ਚਾਹੀਦੀ ਹੈ। ਪਹਿਲਾਂ ਬਿਆਨ ਸੀਗਾ ਕਿ ਓਵਰਫਲੋ ਹੋ ਗਏ ਹੈ, ਸਾਰੇ ਸਟੋਰੇਜ ਜਿਹੜੇ ਹੈਗੇ ਨਹੀਂ ਇਹ ਹੋ ਪਾ ਰਹੀ ਹੁਣ, ਤੇ ਖਰਾਬ ਹੋ ਰਿਹਾ, ਸੜ ਰਿਹਾ ਹੈ। ਠੀਕ ਹੈ, ਸਾਨੂੰ ਧੱਕੇ ਨਾਲ ਕਿਸਾਨਾਂ ਦੀ ਫਸਲ ਹੈ ਜਿਹੜੀ ਆਹ ਖਰੀਦਣੀ ਪੈਂਦੀ ਹੈ ਅਨਾਜ ਦੀ। ਠੀਕ ਹੈ, ਹੁਣ ਯੂਕਰੇਨ ਦਾ ਇੱਕ ਛੋਟਾ ਜਿਹਾ ਐਪੀਸੋਡ ਜਿਵੇਂ ਤੁਸੀਂ ਜ਼ਿਕਰ ਕਰਿਆ ਵਾਪਰਿਆ, ਹੁਣ ਕਹਿੰਦੇ ਸਾਨੂੰ ਲੋੜ ਆ। ਤੇ ਜੇ ਕਿਤੇ ਉਹ ਤਾਂ ਦੂਜੇ ਦੇਸ਼ਾਂ ਦੀ ਜੰਗ ਹੈ ਨਾ, ਭਾਰਤ ਦਾ ਤਾਂ ਕੋਈ ਲੈਣਾ ਦੇਣਾ ਨਹੀਂ। ਉਹਨੇ ਤਾਂ ਖੈਰ ਵਕਤ ਪਾਇਆ ਹੀ ਹੈ, ਸਾਰਿਆਂ ਨੂੰ ਪਾਇਆ। ਤੁਹਾਨੂੰ ਪਤਾ ਰਸ਼ੀਆ ਨੇ ਕਟੌਤੀ ਕੀਤੀ ਨੈਚੁਰਲ ਗੈਸ ਵਾਲੇ ਪਾਸੇ, 20% ਕਟੌਤੀ ਨਹੀਂ ਯੂਰਪ ਹਿਲਾ ਕੇ ਰੱਖਤਾ। ਠੀਕ ਹੈ, ਤੇ ਉਹ ਇਹ ਤਾਂ ਦੂਜੇ ਦੇਸ਼ 'ਚ ਜਦੋਂ ਜੰਗ ਲੱਗੀ ਹੈ, ਸਾਡੇ ਹਾਲਾਤ ਹੁਣੀ ਸਾਨੂੰ ਦਿਖਣ ਲੱਗ ਗਏ ਕਿ ਅਸੀਂ ਕਿੱਥੇ ਖੜੇ ਹਾਂ, ਸਟੈਂਡ ਕਰਦੇ ਹਾਂ। ਤੇ ਫਿਰ ਰੌਲਾ ਕਿਉਂ ਪਾਉਂਦੇ ਸੀਗੇ, ਕਿਉਂ ਓਵਰਫਲੋ ਹੋ ਰਹੀ ਸੀ? ਜੇਕਰ ਤੁਹਾਡੇ ਕੋਲ ਅਨਾਜ ਪਿਆ ਵੀ ਹੈ, ਦੇਸ਼ ਦੀ 60% ਵਸੋਂ ਭੁੱਖ ਢਿੱਡ ਸੌਂਦੀ ਹੈ, ਤੁਸੀਂ ਦੇ ਦਿਓ ਨਾ ਉਹਨਾਂ ਨੂੰ। ਜੇਕਰ ਤੁਹਾਡਾ ਖਰਾਬ ਹੋ ਰਿਹਾ ਅਨਾਜ ਪਿਆ, ਹਾਂ ਬਿਲਕੁਲ। ਭੁੱਖ ਖਰੀਦ ਰਹੇ ਕਹਿੰਦੇ ਸੀ ਧੱਕੇ ਨਾਲ, ਕੌਣ ਖਰੀਦੂਗਾ ਬਈ? ਜੇ ਸਰਕਾਰ ਨਹੀਂ ਖਰੀਦੂਗੀ ਤਾਂ ਸਰਕਾਰ ਬਣੀ ਕਿਉਂ ਹੈ? ਕੌਣ ਖਰੀਦੂਗਾ? ਜਿਹੜੇ ਹੁਣ ਆ ਸਟੋਰੇਜ ਵਗੈਰਾ ਲੱਗ ਰਹੇ ਨੇ ਵੱਡੇ ਅੰਡਾਨੀਆਂ ਵਾਨੀਆਂ ਦੇ, ਠੀਕ ਹੈ, ਇਹਨਾਂ ਦਾ ਕਿਰਾਇਆ ਵੀ ਤਾਂ ਤੁਸੀਂ ਨੂੰ ਦੇਣਾ ਹੈ। ਚਲੋ ਵੱਖਰੀ ਗੱਲ ਹੈ ਕਿ ਲੋਕਾਂ ਨੂੰ ਕੁਝ ਵੀ ਕਹੀ ਜਾਓ, ਖਰੀਦਣਾ ਵੀ ਇਹਨਾਂ ਨੇ, ਦੇਣਾ ਵੀ ਇਹਨਾਂ ਨੂੰ ਹੈ। ਤੁਸੀਂ ਜਾ ਕੇ ਭੰਡਾਰ ਪਾਣੇ ਨੇ, ਇਹਨਾਂ ਨੂੰ ਪੈਸੇ ਦੇਣੇ ਨੇ। ਠੀਕ ਹੈ, ਪਰ ਗੱਲ ਤਾਂ ਇਹ ਕਿ ਜਿਹੜੇ ਲੋਕ ਮਰ ਰਹੇ ਨੇ ਭੁੱਖਮਰੀ ਕਰਕੇ, ਉਹਨਾਂ ਕੋਲ ਤੱਕ ਅਨਾਜ ਤਾਂ ਪਹੁੰਚਦਾ ਕਰ ਦਿਓ। ਉਹ ਤਾਂ ਤੁਹਾਨੂੰ ਵੋਟ ਦੇ ਰਹੇ ਨੇ, ਤੁਹਾਨੂੰ ਵੋਟ ਦਿੱਤੀ ਹੈ ਤਾਂ ਹੀ ਤੁਸੀਂ ਜਿੱਤੇ ਹੋ। ਜੇ ਖਰਾਬ ਹੋ ਰਿਹਾ, ਸੜ ਰਿਹਾ, ਉਹ ਪਹਿਲੀ ਤਾਂ ਗੱਲ ਸੜੇਗਾ ਕਿਉਂ ਸੜ ਰਿਹਾ, ਉਹਦੇ ਕਾਰਨ ਦੱਸੋ, ਕਿਉਂ ਨਹੀਂ ਸੰਭਾਲ ਕਰ ਰਹੇ? ਬਿਲਕੁਲ। ਜਦ ਬਾਹਰਲੇ ਦੇਸ਼ ਆਪਣੀ ਫਸਲ ਨੂੰ, ਆਪਣੇ ਸੋਰਸਾਂ ਦੇ ਜਿਹੜੀ ਪੈਦਾਵਾਰ ਹੈ ਜਿਹੜੀ ਸੋਰਸਾਂ ਤੋਂ ਹੋਈ ਹੈ ਉਹਨਾਂ ਦੇ ਦੇਸ਼ਾਂ ਦੇ ਵਿੱਚ, ਉਹਨੂੰ ਸਾਂਭਣ ਵਾਸਤੇ ਸਾਰਾ ਕੁਝ ਕਰਦੇ ਆ। ਤੇ ਤੁਹਾਡਾ ਅਨਾਜ ਬਾਹਰ ਖੁੱਲੇ ਸਮਾਨ ਤੇ ਤਰਪਾਲਾਂ ਦੇ ਸਹਾਰੇ ਪਿਆ। ਬਿਲਕੁਲ। ਉਹ ਚੀਜ਼ਾਂ ਨੂੰ ਕੌਣ ਦੇਖੂਗਾ? ਦੱਸੋ ਵੀ ਕਿਉਂ ਸੜਿਆ? ਤੁਸੀਂ ਪ੍ਰੀਜ਼ਰਵ ਕਿਉਂ ਨਹੀਂ ਕਰ ਸਕੇ ਹੁਣ ਤੱਕ? ਇਹ ਚੀਜ਼ਾਂ ਕਿਉਂ? FCI ਕਿੱਡਾ ਵੱਡਾ ਅਦਾਰਾ ਹੈ, ਤੇ ਇਹਦੇ ਗੋਦਾਮ ਦੇਖ ਲਓ, ਤਰਪਾਲਾਂ ਨਾਲ ਹੀ ਢਕਿਆ ਪਿਆ, ਬਾਹਰ ਖੁੱਲੇ ਅਸਮਾਨ 'ਚ ਪਿਆ। ਆ ਛੋਟੀਆਂ ਕੰਧਾਂ ਨੇ। ਹਾਲਾਂਕਿ ਜਦੋਂ 3 ਖੇਤੀ ਕਾਨੂੰਨ ਆਏ ਸੀ, ਉਦੋਂ BJP ਦਾ ਇੱਕ ਵਿੱਚ ਪ੍ਰੋਗਰਾਮ ਆਇਆ ਸੀ ਕਿ ਜੋ ਸਾਡੀ APMC ਹੈ ਸਾਰੀ ਦੇਸ਼ ਦੀ, ਅਸੀਂ 1 ਲੱਖ ਕਰੋੜ ਰੱਖਿਆ ਇਹਦੇ ਲਈ। ਉਹ ਲੱਗਿਆ ਕਿੱਥੇ? ਪਤਾ ਨਹੀਂ ਲੱਗਿਆ ਹੁਣ ਤੱਕ। ਨਾਲੇ MSP ਦਾ ਵੀ ਤਾਂ ਰੌਲਾ ਪਾ ਰਹੇ ਸੀਗੇ, ਤੇ ਹੁਣ ਫਿਰ ਉਹ ਤਾਂ ਕਹਿੰਦੇ ਸੀ MSP ਖਤਮ ਕਰ ਦਿਓ। ਠੀਕ ਹੈ, ਹੁਣ ਅਨਾਜ ਦੀ ਜੇ ਲੋੜ ਪੈ ਗਈ, ਹੁਣ ਕੀ ਕਰਨਗੇ? ਬਿਲਕੁਲ ਜੀ। ਹੁਣ ਪਹਿਲਾਂ ਹੀ ਕਿਉਂ ਦੱਸ ਰਹੇ ਨੇ ਕਿ ਸਾਨੂੰ ਅਨਾਜ ਦੀ ਲੋੜ ਹੈਗੀ ਹੈ? ਇਹ ਫੋਕੀਆਂ ਗੱਲਾਂ ਨੇ ਇਹਨਾਂ ਦੀਆਂ ਜੀ। ਪਰਮਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਖਬਰਾਂ ਦੇ ਵਿਚਾਰ ਚਰਚਾ ਕਰਨ ਦੇ ਲਈ। ਧੰਨਵਾਦ। ਸ਼ੁਕਰੀਆ ਜੀ, ਧੰਨਵਾਦ ਦੋਸਤੋ। ਮੇਰੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ ਤੇ। ਧੰਨਵਾਦ।